हाँ जी स्टूडेंट्स, ਆਪਾਂ सम अदर कॉन्सैप्ट्स ऑफ मैनेजमेंट पढ़ रहे सी। ਇਹਦੇ ਵਿੱਚ मैनेजमेंट एज एन एक्टिविटी ਆਪਾਂ डिस्कस कर लिया सी प्रीवियस वीडियो ਦੇ ਵਿੱਚ। सैकेंड पॉइंट देखो, मैनेजमेंट एज अ नाउन। नाउन किहनूं कहने आ? नाम नूं, ठीक आ। एज अ नाउन मैनेजमेंट रेफर्स टू ऑल दोज परसनस हू गैट टास्क डन थ्रू अदर्स फॉर द अचीवमेंट ऑफ स्पैसीफिक ऑबजैक्टिव्स। मैनेजमेंट नूं जे आपां ਨਾਮ ਦੇ ਫਾਰਮ 'ਚ ਦੇਖੀਏ ਤਾਂ ਇਹਦੇ ਵਿੱਚ ਉਹ ਬਹੁਤ ਸਾਰੇ ਲੋਕ ਇਨਵੋਲਵਡ ਨੇ ਜਿਹੜੇ ਕਿ ਦੂਜਿਆਂ ਤੋਂ ਕੰਮ ਕਰਵਾਉਂਦੇ ਆ ਅਤੇ ਜਿਹੜੇ ਓਬਜੈਕਟਿਵਸ ਨੇ ਉਹਨਾਂ ਨੂੰ ਅਚੀਵ ਕਰਵਾਉਂਦੇ ਆ। ਸੋ ਅੰਡਰ ਦਿਸ ਵਿਊ ਪੁਆਇੰਟ ਮੈਨੇਜਮੈਂਟ ਇਨਕਲੂਡ ਬੋਰਡ ਆਫ ਡਾਇਰੈਕਟਰਸ। ਇਸ ਵਿਊ ਪੁਆਇੰਟ ਦੇ ਅੰਡਰ ਕੌਣ ਆਉਂਦੇ ਆ? ਬੋਰਡ ਆਫ ਡਾਇਰੈਕਟਰਸ ਆਉਂਦੇ ਨੇ, ਮੈਨੇਜਿੰਗ ਡਾਇਰੈਕਟਰਸ ਆਉਂਦੇ ਨੇ, ਜਨਰਲ ਮੈਨੇਜਰਸ ਆਉਂਦੇ ਨੇ, functional manager, deputy manager, foreman and supervisors. So it means that every person who performs the function of management at any level is a part of management. ਕੋਈ ਵੀ ਪਰਸਨ ਜਿਹੜਾ ਮੈਨੇਜਮੈਂਟ ਦੇ ਫੰਕਸ਼ਨਸ ਨੂੰ ਪਰਫੋਰਮ ਕਰਦਾ। ਹੁਣ ਫੰਕਸ਼ਨ ਕਿਹੜੇ ਹੁੰਦੇ ਆ? ਪਲੈਨਿੰਗ, ਆਰਗੇਨਾਈਜ਼ਿੰਗ ਵਗੈਰਾ। ਕਿਸੇ ਵੀ ਲੈਵਲ 'ਤੇ, ਚਾਹੇ ਉਹ ਟੌਪ ਆ, ਮਿਡਲ ਆ, ਠੀਕ ਆ, ਕਿਸੇ ਵੀ ਲੈਵਲ 'ਤੇ ਕੋਈ ਮੈਨੇਜਮੈਂਟ ਦੇ ਫੰਕਸ਼ਨਸ ਨੂੰ ਪਰਫੋਰਮ ਕਰ ਰਿਹਾ ਤਾਂ ਆਪਾਂ ਕੀ ਕਹਿ ਰਹੇ ਹਾਂ ਕਿ ਉਹ ਮੈਨੇਜਮੈਂਟ ਦਾ ਪਾਰਟ ਹੈ, ਠੀਕ ਆ। ਹੁਣ ਇਹਦੇ ਵਿੱਚ ਜਿੰਨੀਆਂ ਨੇਮ ਆਇਆ, ਬੋਰਡ ਆਫ ਡਾਇਰੈਕਟਰਸ, ਮੈਨੇਜਿੰਗ ਡਾਇਰੈਕਟਰ, ਸੋ ਇਸ ਕਰਕੇ ਮੈਨੇਜਮੈਂਟ ਨੂੰ ਆਪਾਂ ਇੱਕ ਨਾਊਨ ਵੀ ਕਹਿ ਸਕਦੇ ਹਾਂ। ਸੈਕਿੰਡ ਹੈ ਮੈਨੇਜਮੈਂਟ ਐਜ਼ ਆ ਗਰੁੱਪ। ਮੈਨੇਜਮੈਂਟ ਇੱਕ ਗਰੁੱਪ ਕਿਵੇਂ ਆ? ਮੈਨੇਜਮੈਂਟ ਰੈਫਰਸ ਟੂ ਦ ਗਰੁੱਪ ਆਫ ਆਲ ਸੱਚ ਪਰਸਨਸ ਹੂ ਆਰ ਇਨਵੋਲਵਡ ਇਨ ਮੈਨੇਜੀਰੀਅਲ ਐਕਟੀਵਿਟੀਜ਼। ਮੈਨੇਜਮੈਂਟ ਨੂੰ ਆਪਾਂ ਇੱਕ ਗਰੁੱਪ ਕਹਿ ਸਕਦੇ ਹਾਂ ਕਿਉਂਕਿ ਇਹਦੇ ਵਿੱਚ ਕਾਫੀ ਸਾਰੇ ਪਰਸਨਸ ਇਨਵੋਲਵਡ ਹੁੰਦੇ ਆ ਜਿਹੜੀਆਂ ਕਿ ਮੈਨੇਜੀਰੀਅਲ ਐਕਟੀਵਿਟੀਜ਼ ਨੂੰ ਕਰਦੇ ਆ। ਮੈਨੇਜਰੀਅਲ ਐਕਟੀਵਿਟੀਜ਼ ਹੁੰਦੀਆਂ ਮੈਨੇਜ ਕਰਨ ਵਾਲੇ ਕੰਮ ਕਰਨੇ, ਠੀਕ ਆ। ਹੁਣ ਇਹਦੇ ਵਿੱਚ ਦਿਸ ਗਰੁੱਪ ਆਫ ਮੈਨੇਜਰਸ ਰਨਸ ਦਾ ਆਰਗੇਨਾਈਜੇਸ਼ਨ। ਇਹ ਐਕਚੁਅਲ ਦੇ ਵਿੱਚ ਜਿਹੜੇ ਇਹ ਗਰੁੱਪ ਹੁੰਦਾ ਇਹ ਆਰਗੇਨਾਈਜੇਸ਼ਨ ਨੂੰ ਚਲਾਉਂਦੇ ਆ। ਦ ਗਰੁੱਪ ਆਫ ਮੈਨੇਜਰਸ ਇਨਕਲੂਡ, ਹੁਣ ਇਹਦੇ ਵਿੱਚ ਕੌਣ ਕੌਣ ਹੋ ਸਕਦੇ ਆ? ਚੀਫ ਐਗਜ਼ੈਕਟਿਵ ਆਫਿਸਰ, ਡਿਪਾਰਟਮੈਂਟਲ ਮੈਨੇਜਰਸ ਐਂਡ ਡਿਪਾਰਟਮੈਂਟਲ ਸੁਪਰਵਾਈਜ਼ਰਸ ਇਹਦੇ ਵਿੱਚ ਆਉਂਦੇ ਆ। ਮੈਨੇਜਰਸ ਦੀਆਂ 3 ਕੈਟੇਗਰੀਜ਼ ਹੁੰਦੀਆਂ ਨੇ। ਪਹਿਲੀ ਹੈ ਫੈਮਿਲੀ ਮੈਨੇਜਰ। This category include those managers who are appointed as managers due to their family background. ਹਾਂਜੀ, ਇਸ ਕੈਟੇਗਰੀ ਦੇ ਵਿੱਚ ਉਹ ਮੈਨੇਜਰਸ ਆਉਂਦੇ ਨੇ ਜਿਨ੍ਹਾਂ ਨੂੰ ਮੈਨੇਜਰ ਦੀ ਜਿਹੜੀ ਪੋਸਟ ਆ ਆਪਦੀ ਫੈਮਿਲੀ ਬੈਕਗਰਾਊਂਡ ਕਰਕੇ ਮਿਲੀ ਹੁੰਦੀ ਆ। ਮਤਲਬ ਉਹਨਾਂ ਦੀ ਫੈਮਿਲੀ ਨੇ ਉਹ ਬਿਜ਼ਨਸ ਸ਼ੁਰੂ ਕੀਤਾ ਹੁੰਦਾ ਅਤੇ ਉਸ ਤੋਂ ਬਾਅਦ ਫਿਰ ਉਹ ਵੀ ਅੱਗੇ ਮੈਨੇਜਰ, ਉਹਨਾਂ ਦੇ ਜਿਹੜੇ ਅੱਗੇ ਬੇਟੇ ਹੁੰਦੇ ਆ ਉਹ ਬਣ ਜਾਂਦੇ ਆ। ਨੈਕਸਟ ਹੈ ਇਹਦੇ ਵਿੱਚ ਪ੍ਰੋਫੈਸ਼ਨਲ ਮੈਨੇਜਰਸ। This category include those managers who are appointed as managers due to their professional qualities, skill and experience. ਇਸ ਕੈਟੇਗਰੀ ਦੇ ਵਿੱਚ ਉਹ ਮੈਨੇਜਰਸ ਆਉਂਦੇ ਆ ਜਿਹੜੇ ਕਿ ਕਿਸੇ ਵੀ ਕੰਮ ਨੂੰ ਜਾਂ ਕਿਸੇ ਆਰਗੇਨਾਈਜੇਸ਼ਨ ਦੇ ਵਿੱਚ ਐਜ਼ ਅ ਮੈਨੇਜਰ ਕੰਮ ਕਰਦੇ ਆ ਡਿਊ ਟੂ ਦੇਅਰ ਪ੍ਰੋਫੈਸ਼ਨਲ ਕੁਆਲਿਟੀਜ਼। ਮਤਲਬ ਕਿਸੇ ਨੇ ਫਾਈਨੈਂਸ ਦੀ ਸਟੱਡੀ ਕੀਤੀ ਆ, ਕਿਸੇ ਨੇ ਮਾਰਕੀਟਿੰਗ ਦੀ ਸਟੱਡੀ ਕੀਤੀ ਆ, ਉਹ ਆਪਦੀ ਕੁਆਲਿਟੀਜ਼, ਸਕਿੱਲਸ ਐਂਡ ਐਕਸਪੀਰੀਅੰਸ ਦੇ ਅਕੋਰਡਿੰਗ ਕੰਮ ਕਰਦੇ ਆ, ਉਹਨਾਂ ਨੂੰ ਆਪਾਂ ਪ੍ਰੋਫੈਸ਼ਨਲ ਮੈਨੇਜਰਸ ਕਹਿੰਦੇ ਆ। ਥਰਡ ਹੈ ਸਿਵਲ ਸਰਵੈਂਟਸ। This category include government officers who run the administration. ਹਾਂਜੀ, ਇਹਦੇ ਵਿੱਚ ਗਵਰਨਮੈਂਟ ਆਫਿਸਰਸ ਆਉਂਦੇ ਆ ਜਿਵੇਂ ਐਗਜ਼ਾਮ ਦੇ ਕੇ UPSC ਦਾ, ਉਹਦੇ ਵਿੱਚ ਜਿਵੇਂ IAS IPS ਬਣਦੇ ਆ। ਸੋ ਇਹ ਕੀ ਕਰਦੇ ਆ? ਜਿਹੜੇ ਸਰਕਾਰੀ ਅਦਾਰੇ ਹੁੰਦੇ ਆ ਉਹਨਾਂ ਨੂੰ ਰਨ ਕਰਦੇ ਆ, ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੂੰ ਦੇਖਦੇ ਆ। ਸੋ ਐਜ਼ ਮੈਨੇਜਰਸ ਥੀਸ ਆਫਿਸਰਸ ਰਨ ਦਾ ਐਡਮਿਨਿਸਟ੍ਰੇਸ਼ਨ ਆਫ ਅ ਪਬਲਿਕ ਐਂਟਰਪ੍ਰਾਈਜ਼ਸ। ਪ੍ਰੀਵੀਅਸ ਕਲਾਸ 'ਚ ਆਪਾਂ ਪੜ੍ਹਿਆ ਪਬਲਿਕ ਐਂਟਰਪ੍ਰਾਈਜ਼ਸ ਦੇ ਬਾਰੇ, ਠੀਕ ਆ। ਸੋ ਇਹ ਉਹਨਾਂ ਨੂੰ ਚਲਾਉਣ ਦਾ ਕੰਮ ਕਰਦੇ ਆ। ਨੈਕਸਟ ਆਪਣੇ ਕੋਲ ਫੋਰਥ ਪੁਆਇੰਟ ਹੈ ਮੈਨੇਜਮੈਂਟ ਐਜ਼ ਅ ਡਿਸਿਪਲਿਨ। ਅਕੋਰਡਿੰਗ ਟੂ ਦਿਸ ਵਿਊ ਪੁਆਇੰਟ ਮੈਨੇਜਮੈਂਟ ਇਜ਼ ਅ ਸਬਜੈਕਟ। ਜਿਵੇਂ ਆਪਾਂ ਬਾਕੀ ਸਬਜੈਕਟ ਪੜ੍ਹਦੇ ਹੈਗੇ ਨੇ ਉਸੇ ਤਰੀਕੇ ਨਾਲ ਮੈਨੇਜਮੈਂਟ ਇੱਕ ਸਬਜੈਕਟ ਹੈ। ਐਜ਼ ਇਕਨੋਮਿਕਸ, ਹਿਸਟਰੀ, ਪੋਲੀਟੀਕਲ ਸਾਇੰਸ, ਫਿਜ਼ਿਕਸ, ਮੈਥੇਮੈਟਿਕਸ ਐਟਸੈਟਰਾ ਆਰ ਦਾ ਸਬਜੈਕਟਸ ਆਫ ਸਟੱਡੀ। Likewise, management is also a subject having a specific systematic form. ਹੁਣ ਜੇ ਕਿਸੇ ਨੇ ਮੈਨੇਜ ਕਰਨਾ ਸਿੱਖਣਾ ਕਿਸੇ ਆਰਗੇਨਾਈਜੇਸ਼ਨ ਨੂੰ ਵੀ ਕਿਵੇਂ ਚਲਾਇਆ ਜਾ ਸਕਦਾ, ਉਹਦੇ ਲਈ ਇੱਕ ਸਿਸਟਮੈਟਿਕ ਸਟੈਪਸ ਹੁੰਦੇ ਆ, ਸਿਸਟਮੈਟਿਕ ਸਟੱਡੀ ਹੁੰਦੀ ਆ ਜਿਵੇਂ ਕਿ ਬਾਕੀ ਸਬਜੈਕਟਸ ਦੀ ਹੁੰਦੀ ਆ। ਸੋ ਮੈਨੇਜਮੈਂਟ ਕੀ ਆ? ਇੱਕ ਮਲਟੀ ਡਿਸਿਪਲਿਨਰੀ ਸਬਜੈਕਟ ਆ ਬਿਕੋਜ਼ ਇਹਦੇ ਜਿਹੜੇ ਪ੍ਰਿੰਸੀਪਲਸ ਨੇ ਆਰ ਦਾ ਬਲੈਂਡ ਆਫ ਪ੍ਰਿੰਸੀਪਲਸ ਆਫ ਇੰਪੋਰਟੈਂਟ ਸਬਜੈਕਟਸ। ਮਲਟੀ ਡਿਸਿਪਲਿਨਰੀ ਇਹਨੂੰ ਤਾਂ ਕਹਿ ਦਿੰਦੇ ਆ ਕਿਉਂਕਿ ਇਹਦੇ ਵਿੱਚ ਜਿੰਨੇ ਵੀ ਸਿਧਾਂਤ ਜਾਂ ਪ੍ਰਿੰਸੀਪਲ ਬਣਾਏ ਗਏ ਨੇ ਉਹ ਬਲੈਂਡ ਨੇ। ਬਲੈਂਡ ਹੁੰਦਾ ਮਿਕਸਚਰ, ਇੰਪੋਰਟੈਂਟ ਪ੍ਰਿੰਸੀਪਲਸ ਦਾ ਮਿਕਸਚਰ ਨੇ। ਜਿਵੇਂ ਕਿ ਇਕਨੋਮਿਕਸ ਦੇ ਵਿੱਚੋਂ ਕੁਛ ਪ੍ਰਿੰਸੀਪਲਸ ਲੈ ਗਿਆ, ਕੁਛ ਇਹਦੇ ਵਿੱਚੋਂ ਸੋਸ਼ੋਲੋਜੀ ਚੋਂ, ਕੋਈ ਸਾਈਕੋਲੋਜੀ ਚੋਂ। ਸੋ ਇਹ ਸਾਰਿਆਂ ਦੇ ਵਿੱਚੋਂ ਸਬਜੈਕਟਸ ਦੇ ਵਿੱਚੋਂ ਪ੍ਰਿੰਸੀਪਲਸ ਨੂੰ ਲੈ ਕੇ ਮੈਨੇਜਮੈਂਟ ਦੇ ਵਿੱਚ ਪ੍ਰਿੰਸੀਪਲਸ ਬਣਾਏ ਗਏ ਨੇ। ਸੋ ਇਸ ਤੋਂ ਬਾਅਦ ਤੁਸੀਂ ਸਿੰਪਲ ਨੀਚੇ ਲਾਈਨ ਕਰ ਸਕਦੇ ਹੋ, ਠੀਕ ਆ। that's why management has become a full-fledged subject in present times। मतलब ਇਹਦੇ ਜਿੰਨੇ ਵੀ ਪ੍ਰਿੰਸੀਪਲਸ ਨੇ ਉਹ ਸਾਰੇ ਐਕਸਪਰਟਸ ਲੋਕਾਂ ਦੁਆਰਾ ਡਿਵੈਲਪ ਕੀਤੇ ਗਏ ਨੇ ਤੇ ਸਟੂਡੈਂਟਸ ਨੂੰ ਇਹ
ਸਿਖਾਏ ਜਾਂਦੇ ਆ। ਹੁਣ ਜਿਵੇਂ ਤੁਸੀਂ ਮੈਨੇਜਮੈਂਟ ਬਿਜ਼ਨਸ ਮੈਨੇਜਮੈਂਟ ਪੜ੍ਹਨੀ ਆ +2 ਦੇ ਵਿੱਚ, ਸੋ ਤੁਸੀਂ ਇੱਕ ਸਟੈਪ ਬਾਏ ਸਟੈਪ ਪੜ੍ਹੋਗੇ। ਪਹਿਲਾਂ +1 'ਚ ਬਿਜ਼ਨਸ ਬਾਰੇ ਪੜ੍ਹਿਆ, +2 ਦੇ ਵਿੱਚ ਮੈਨੇਜ ਕਰਨ ਬਾਰੇ ਪੜ੍ਹਨਾ। ਸੋ ਦੈਟਸ ਵਾਈ ਆਪਾਂ ਕਹਿ ਸਕਦੇ ਹਾਂ ਕਿ ਮੈਨੇਜਮੈਂਟ ਇੱਕ ਫੁੱਲ ਫਲੈਜਡ ਸਬਜੈਕਟ ਹੈ ਹੁਣ ਦੇ ਸਮੇਂ ਦੇ ਵਿੱਚ, ਠੀਕ ਆ। ਨੈਕਸਟ ਹੈ ਇਹਦੇ ਵਿੱਚ 5th ਪੁਆਇੰਟ, ਮੈਨੇਜਮੈਂਟ ਐਜ਼ ਆ ਪ੍ਰੋਸੈਸ। ਮੈਨੇਜਮੈਂਟ ਇੱਕ ਵਿਧੀ ਹੈ। ਮੈਨੇਜਮੈਂਟ ਰੈਫਰਸ ਟੂ ਵੇਰੀਅਸ ਫੰਕਸ਼ਨਸ ਪਰਫੋਰਮਡ ਬਾਈ ਮੈਨੇਜਰ। ਮੈਨੇਜਮੈਂਟ ਅਸੀਂ ਕਹਿ ਸਕਦੇ ਹਾਂ ਬਹੁਤ ਸਾਰੇ ਕੰਮ ਜਿਹੜਾ ਇੱਕ ਮੈਨੇਜਰ ਪਰਫੋਰਮ ਕਰਦਾ ਉਹ ਮੈਨੇਜਮੈਂਟ ਆ। ਇਨ ਐਨੀ ਆਰਗੇਨਾਈਜੇਸ਼ਨ ਆ ਮੈਨੇਜਰ ਪਰਫੋਰਮ ਸੈਵਰਲ ਫੰਕਸ਼ਨਸ। ਕਿਸੇ ਵੀ ਸੰਸਥਾ ਦੇ ਵਿੱਚ, ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਇੱਕ ਮੈਨੇਜਰ ਕਾਫੀ ਸਾਰੇ ਫੰਕਸ਼ਨਸ ਪਰਫੋਰਮ ਕਰਦਾ। ਕਾਹਦੇ ਲਈ ਕਰਦਾ ਵਾ? ਫॉर द अचीवमेंट ऑफ ऑब्जेक्टिव्स ऑफ द ऑर्गेनाइजेशन। ਹੁਣ ਉਹ ਕਿਹੜੇ ਫੰਕਸ਼ਨ ਪਰਫੋਰਮ ਕਰਦਾ? ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੋਆਰਡੀਨੇਟਿੰਗ ਐਂਡ ਕੰਟਰੋਲਿੰਗ। ਸੋ ਅਕੋਰਡਿੰਗ ਟੂ ਦਿਸ ਵਿਊ point, all such functions which a manager perform to achieve organizational objectives through proper utilization of resources as a process, all those functions are management. So as a process ਅਸੀਂ ਕਹਿ ਸਕਦੇ ਹਾਂ ਵੀ ਜਿੰਨੇ ਵੀ ਇੱਕ ਫੰਕਸ਼ਨ ਇੱਕ ਮੈਨੇਜਰ ਦੁਆਰਾ ਕਿਸੇ ਵੀ ਆਰਗੇਨਾਈਜੇਸ਼ਨ ਦੇ ਵਿੱਚ ਪਰਫੋਰਮ ਕੀਤੇ ਜਾਂਦੇ ਆ, ਕਾਹਦੇ ਲਈ? ਤਾਂ ਕਿ ਆਰਗੇਨਾਈਜੇਸ਼ਨ ਦੇ ਆਬਜੈਕਟਿਵ ਨੂੰ ਅਚੀਵ ਕੀਤਾ ਜਾ ਸਕੇ। ਕਾਹਦੇ ਥਰੂ? ਪ੍ਰੋਪਰ ਯੂਜ਼ ਕਰਕੇ ਰਿਸੋਰਸਿਸ ਦਾ। ਤਾਂ ਅਸੀਂ ਕਹਿ ਸਕਦੇ ਹਾਂ ਮੈਨੇਜਮੈਂਟ ਕੀ ਹੈ? ਇੱਕ ਪ੍ਰੋਸੈਸ ਵੀ ਹੈ, ਠੀਕ ਆ। ਨੈਕਸਟ ਇਹਦੇ 'ਚ ਨੈਕਸਟ ਟੌਪਿਕ ਹੈ ਐਜ਼ ਆ ਪ੍ਰੋਸੈਸ। ਇਹਦੀਆਂ ਕੁਝ ਫੀਚਰਸ ਨੇ। ਪਹਿਲਾ ਹੈ ਸੋਸ਼ਲ ਪ੍ਰੋਸੈਸ। ਮੈਨੇਜਮੈਂਟ ਇਜ਼ ਕੰਸਰਨਡ ਵਿਦ ਹਿਊਮਨ ਬੀਇੰਗਸ ਲਿਵਿੰਗ ਇਨ ਦਾ ਸੋਸਾਇਟੀ। ਮੈਨੇਜਮੈਂਟ ਕਾਹਦੇ ਨਾਲ ਜੁੜੀ ਹੋਈ ਆ? ਹਿਊਮਨ ਬੀਇੰਗਸ ਨਾਲ, ਜਿਹੜੇ ਕਿ ਸਮਾਜ ਦੇ ਵਿੱਚ ਰਹਿੰਦੇ ਆ। ਫॉर द अचीवमेंट ऑफ ऑब्जेक्टिव ऑफ एनी ऑर्गेनाइजेशन इट इज़ असेंशियल दैट देयर इज़ म्यूचुअल रिलेशनशिप, कोऑपरेशन एंड कम्यूनीकेशन। ਜੇ ਅਸੀਂ ਚਾਹੁੰਦੇ ਹਾਂ ਕਿ ਆਰਗੇਨਾਈਜੇਸ਼ਨ ਦੇ ਆਬਜੈਕਟਿਵਸ ਨੂੰ ਪ੍ਰੋਪਰ ਤਰੀਕੇ ਨਾਲ ਅਚੀਵ ਕੀਤਾ ਜਾਵੇ ਤਾਂ ਸਾਨੂੰ ਕੀ ਕਰਨਾ ਪਊਗਾ? ਉਹਦੇ ਲਈ ਮਿਊਚੁਅਲ ਰਿਲੇਸ਼ਨਸ਼ਿਪ, ਆਪਸ ਦੇ ਵਿੱਚ ਵਧੀਆ ਰਿਲੇਸ਼ਨਸ ਰੱਖਣੇ ਪੈਣਗੇ, ਇੱਕ ਦੂਜੇ ਨੂੰ ਕੋਆਪਰੇਟ ਕਰਨਾ ਪਊਗਾ ਐਂਡ ਕਮਿਊਨੀਕੇਸ਼ਨ ਹੋਊਗੀ ਅਮੰਗ ਹਿਊਮਨ ਬੀਇੰਗਸ ਰਿਲੇਟਡ ਟੂ ਇਟ। ਕਾਹਦੇ ਨਾਲ ਰਿਲੇਟਡ? ਇਹਦੇ ਆਪਣੀ ਮੈਨੇਜਮੈਂਟ ਨਾਲ ਰਿਲੇਟਡ। ਸੋ ਹੈਂਸ ਮੈਨੇਜਮੈਂਟ ਇਜ਼ ਅ ਡਿਸਟਿੰਕਟ ਪ੍ਰੋਸੈਸ, ਸੋਸ਼ਲ ਪ੍ਰੋਸੈਸ। ਸੋ ਇਸ ਕਰਕੇ ਅਸੀਂ ਕਹਿ ਸਕਦੇ ਹਾਂ ਮੈਨੇਜਮੈਂਟ ਕੀ ਹੈ? ਇੱਕ ਵੱਖਰਾ ਸਮਾਜਿਕ ਪ੍ਰੋਸੈਸ ਹੈ ਜਾਂ ਵਿਧੀ ਹੈ। ਨੈਕਸਟ ਹੈ ਇੰਟੀਗ੍ਰੇਟਿੰਗ ਪ੍ਰੋਸੈਸ। ਇੰਟੀਗ੍ਰੇਟ ਹੁੰਦਾ ਕਿਸੇ ਚੀਜ਼ ਨੂੰ ਜੋੜਨਾ ਜਾਂ ਇਕੱਠਾ ਕਰਨਾ। ਅੰਡਰ ਦ ਪ੍ਰੋਸੈਸ ਆਫ ਮੈਨੇਜਮੈਂਟ ਹਿਊਮਨ ਰਿਸੋਰਸਿਸ ਐਂਡ ਫਿਜ਼ੀਕਲ ਰਿਸੋਰਸਿਸ ਆਰ ਐਪਰੋਪਰੀਏਟਲੀ ਇੰਟੀਗ੍ਰੇਟਡ। ਇਸ ਪ੍ਰੋਸੈਸ ਦੇ ਵਿੱਚ ਕੀ ਹੁੰਦਾ? ਜਿਹੜੇ ਹਿਊਮਨ ਰਿਸੋਰਸ ਹੁੰਦੇ ਆ ਐਂਡ ਜਿਹੜੇ ਫਿਜ਼ੀਕਲ ਰਿਸੋਰਸ ਹੁੰਦੇ ਆ ਉਹਨਾਂ ਨੂੰ ਪ੍ਰੋਪਰਲੀ ਕੀ ਕੀਤਾ ਜਾਂਦਾ ਵਾ? ਇੰਟੀਗ੍ਰੇਟ ਕੀਤਾ ਜਾਂਦਾ, ਇਕੱਠਾ ਕੀਤਾ ਜਾਂਦਾ। ਹੈਂਸ ਮੈਨੇਜਮੈਂਟ ਇਜ਼ ਐਨ ਇੰਟੀਗ੍ਰੇਟਿੰਗ ਪ੍ਰੋਸੈਸ। ਸੋ ਅਸੀਂ ਕਹਿ ਸਕਦੇ ਹਾਂ ਮੈਨੇਜਮੈਂਟ ਇੱਕ ਇੰਟੀਗ੍ਰੇਸ਼ਨ ਦਾ ਪ੍ਰੋਸੈਸ ਵੀ ਹੈ, ਮਤਲਬ ਸਾਰੇ ਰਿਸੋਰਸਿਸ ਨੂੰ ਇਕੱਠੇ ਕਰਦਾ। ਨੈਕਸਟ ਹੈ ਇੰਟਰੈਕਟਿਵ ਪ੍ਰੋਸੈਸ। ਵੇਰੀਅਸ ਫੰਕਸ਼ਨਸ ਪਰਫੋਰਮਡ ਬਾਈ ਦ ਮੈਨੇਜਰ ਆਰ ਰਿਲੇਟਡ ਟੂ ਵਨ ਅਨਦਰ ਐਂਡ ਐਵਰੀ ਫੰਕਸ਼ਨ ਅਫੈਕਟ ਐਂਡ ਗੈਟਸ ਅਫੈਕਟਡ ਬਾਈ ਦ ਅਦਰ ਫੰਕਸ਼ਨਸ। ਹੁਣ ਦੇਖੋ ਇੰਟਰੈਕਟਿਵ ਮਤਲਬ ਹੁੰਦਾ ਜਿਹੜੇ ਇੱਕ ਦੂਜੇ ਨਾਲ ਜੁੜੇ ਹੋਣ, ਠੀਕ ਆ। ਹੁਣ ਬਹੁਤ ਸਾਰੇ ਮੈਨੇਜਮੈਂਟ ਦੇ ਵਿੱਚ ਇੱਦਾਂ ਦੇ ਫੰਕਸ਼ਨਸ ਨੇ ਜਿਵੇਂ ਪਲੈਨਿੰਗ, ਆਰਗੇਨਾਈਜ਼ਿੰਗ, ਹੁਣ ਇਹ ਇੱਕ ਦੂਜੇ ਦੇ ਉੱਪਰ ਨਿਰਭਰ ਕਰਦੇ ਆ। ਜਿਵੇਂ ਪਹਿਲਾਂ ਪਲੈਨਿੰਗ ਹੋਊਗੀ ਫਿਰ ਹੀ ਆਰਗੇਨਾਈਜ਼ਿੰਗ ਹੋਊਗੀ, ਠੀਕ ਆ। ਆਰਗੇਨਾਈਜ਼ਿੰਗ ਤੋਂ ਬਾਅਦ ਨੈਕਸਟ ਸਟੈਪ ਹੋਊਗਾ। ਸੋ these are related to one another and ਇੱਕ ਫੰਕਸ਼ਨ ਦੂਜੇ ਫੰਕਸ਼ਨ ਨੂੰ ਅਫੈਕਟ ਕਰਦਾ, ਮਤਲਬ ਪ੍ਰਭਾਵਿਤ ਕਰਦਾ। ਹੈਂਸ the process of management is an interactive process. ਨੈਕਸਟ ਇਹਦੇ ਵਿੱਚ 4th ਹੈ continuous process. The process of management is a continuous process. Under the process of management a manager perform various managerial functions with continuity. ਹਾਂਜੀ ਇਹ ਇੰਪੋਰਟੈਂਟ ਹੈ ਇਹਦੇ ਵਿੱਚ ਕਿ ਕੋਈ ਵੀ ਮੈਨੇਜਮੈਂਟ ਜਿਹੜਾ ਆਪਦਾ ਇਹ ਨਹੀਂ ਹੈ ਵੀ ਇੱਕ ਵਾਰ ਫੰਕਸ਼ਨ ਪਰਫੋਰਮ ਕਰਤੇ ਉਸ ਤੋਂ ਬਾਅਦ ਉਹਨਾਂ ਨੇ ਕੁਛ ਨਹੀਂ ਕਰਨਾ। ਇੱਦਾਂ ਜਿਹੜੇ ਮੈਨੇਜਮੈਂਟ ਦੇ ਵਿੱਚ ਫੰਕਸ਼ਨ ਆਉਂਦੇ ਆ ਪਲੈਨਿੰਗ, ਆਰਗੇਨਾਈਜ਼ਿੰਗ, ਸਟਾਫਿੰਗ, ਡਾਇਰੈਕਟਿੰਗ, ਕੋਆਰਡੀਨੇਟਿੰਗ, ਕੰਟਰੋਲਿੰਗ, ਇਹ ਸਾਰੇ ਕੰਟੀਨਿਊਸਲੀ ਕਰਨੇ ਪੈਂਦੇ ਆ, ਮਤਲਬ ਲਗਾਤਾਰ ਨਾਲ ਦੀ ਨਾਲ ਕਰਦੇ ਰਹਿਣਾ ਪੈਂਦਾ। ਨੈਕਸਟ ਹੈ ਇਹਦੇ ਵਿੱਚ ਲਾਸਟ ਪੁਆਇੰਟ ਹੈ universal process. Principles of management are universal. It means that these are applicable everywhere. Hence the process of management is a universal process. ਹੁਣ ਇਹਦਾ ਮੀਨਿੰਗ ਕੀ ਆ? ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲਸ ਨੇ ਜਾਂ ਸਿਧਾਂਤ ਨੇ ਇਹ ਸਾਰੀ ਦੁਨੀਆ ਦੇ ਵਿੱਚ ਹਰ ਇੱਕ ਜਗ੍ਹਾ ਦੇ ਉੱਪਰ ਐਪਲੀਕੇਬਲ ਨੇ, ਹਰ ਇੱਕ ਜਗ੍ਹਾ 'ਤੇ ਲਾਗੂ ਹੁੰਦੇ ਆ। ਮਤਲਬ ਕੋਈ ਵੀ ਆਰਗੇਨਾਈਜੇਸ਼ਨ ਹੋਵੇ, ਠੀਕ ਆ, ਤਾਂ ਉਹਦੇ ਵਿੱਚ ਚਾਹੇ ਕੋਈ ਸਕੂਲ ਆ, ਕਾਲਜ ਆ, ਯੂਨੀਵਰਸਿਟੀ, ਕੋਈ ਹੌਸਪੀਟਲ ਆ, ਕੋਈ ਕੰਪਨੀ ਵਗੈਰਾ, ਹਰ ਇੱਕ ਜਗ੍ਹਾ ਦੇ ਉੱਪਰ ਜਿਹੜੇ ਮੈਨੇਜਮੈਂਟ ਦੇ ਪ੍ਰਿੰਸੀਪਲਸ ਨੇ ਉਹ ਐਪਲੀਕੇਬਲ ਨੇ, ਲਾਗੂ ਹੁੰਦੇ, ਠੀਕ ਆ। ਅੱਜ ਲਈ ਇੰਨਾ ਹੀ ਆ। ਨੈਕਸਟ ਵੀਡੀਓ ਦੇ ਵਿੱਚ ਆਪਾਂ ਜਿਹੜਾ ਐਫੀਸ਼ੀਐਂਸੀ ਐਂਡ ਇਫੈਕਟਿਵਨੈਸ ਦੇ ਵਿੱਚ ਡਿਫਰੈਂਸ ਆ ਉਹ ਡਿਸਕਸ ਕਰਾਂਗੇ।